ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसीं देख रहे हो पंजाब मेल USA TV ਤੇ मैं सुरभि। खबरां ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। पेश आन देश विदेश ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਸੈਨ ਡਿਆਗੋ ਵਿੱਚ ਆਈਸ ਦੀ ਵੱਡੀ ਕਾਰਵਾਈ। ਜਨਵਰੀ 2025 ਤੋਂ ਹੁਣ ਤੱਕ 16,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ। ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੀ ਤਬਦੀਲੀ। ਤੀਜੇ ਦੇਸ਼ ਭੇਜੇ ਜਾਣ ਦੇ ਡਰੋਂ ਪ੍ਰਵਾਸੀਆਂ ਨੇ ਸ਼ਰਨ ਦੇ ਕੇਸ ਛੱਡਣੇ ਕੀਤੇ ਸ਼ੁਰੂ। ਅਮਰੀਕਾ ਵਿੱਚ ਰਹਿਣ ਵਾਲਿਆਂ ਲਈ ਖੁਸ਼ਖਬਰੀ। IRS ਕੋਲ ਪਏ ਨੇ ਲੱਖਾਂ ਡਾਲਰ ਜੋ ਮਿਲ ਸਕਦੇ ਨੇ ਅਮਰੀਕੀਆਂ ਨੂੰ ਰਿਫੰਡ। ਅਮਰੀਕਾ 'ਚ 3 ਪੰਜਾਬੀ ਟਰੱਕ ਡਰਾਈਵਰਸ ਵਿਰੁੱਧ ਮੁਕੱਦਮਾ। ਰੂਸ ਯੂਕਰੇਨ ਜੰਗ 'ਚ ਵੱਡੀ ਰਾਹਤ। ਟਰੰਪ ਦੇ ਕਹਿਣ ਤੇ 3 ਦਿਨਾਂ ਦੀ ਜੰਗਬੰਦੀ ਦਾ ਐਲਾਨ। ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਲੱਥੀਆਂ ਟਰਬਨਸ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਸੈਨ ਡਿਆਗੋ ਖੇਤਰ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸ਼ਿਕੰਜਾ ਕੱਸਦਿਆਂ ਜਨਵਰੀ 2025 ਤੋਂ ਹੁਣ ਤੱਕ ਲਗਭਗ 16,000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ। ਇਸ ਕਾਰਵਾਈ ਤਹਿਤ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਜਾਂ ਵੀਜ਼ਾ ਮਿਆਦ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿੱਚ ਰਹਿ ਰਹੇ ਸਨ। ਆਈਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਵੀਂ ਪ੍ਰਸ਼ਾਸਨਿਕ ਨੀਤੀ ਦੇ ਤਹਿਤ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ। ਇਨ੍ਹਾਂ 16,000 ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਦੇਸ਼ਾਂ ਵਿੱਚ ਵਾਪਸ ਭੇਜਣ ਲਈ ਵਿਸ਼ੇਸ਼ ਉਡਾਨਾਂ ਅਤੇ ਜ਼ਮੀਨੀ ਰਸਤਿਆਂ ਦਾ ਇਸਤੇਮਾਲ ਕੀਤਾ ਗਿਆ। ਮਾਹਰਾਂ ਦਾ ਇਹ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੈਲੀਫੋਰਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਹਨ, ਜਿਸ ਕਾਰਨ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਭਾਈਚਾਰਿਆਂ ਵਿੱਚ ਕਾਫੀ ਚਿੰਤਾ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹ ਕਦਮ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਬਹਾਲ ਰੱਖਣ ਲਈ ਬੇहद ਜ਼ਰੂਰੀ ਹੈ। ਅਮਰੀਕਾ ਵਿੱਚ ਅਸਾਈਲਮ ਦੀ ਉਡੀਕ ਕਰ ਰਹੇ ਹਜ਼ਾਰਾਂ ਪ੍ਰਵਾਸੀਆਂ ਲਈ ਹਾਲਾਤ ਬੇहद ਨਾਜ਼ੁਕ ਬਣ ਗਏ ਹਨ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਆਈਸ ਦੇ ਇੱਕ ਨਵੀਂ ਅਤੇ ਸਖਤ ਰਣਨੀਤੀ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਨੇ ਆਪਣੇ ਕਾਨੂੰਨੀ ਕੇਸਾਂ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮੁੱਖ ਕਾਰਨ ਅਮਰੀਕੀ ਸਰਕਾਰ ਦੀ ਉਹ ਯੋਜਨਾ ਹੈ ਜਿਸ ਤਹਿਤ ਅਪੀਲ ਰੱਦ ਹੋਣ ਵਾਲੇ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਦੇਸ਼ ਭੇਜਣ ਦੀ ਬਜਾਏ ਕਿਸੇ ਤੀਜੇ ਦੇਸ਼ ਵਿੱਚ ਡਿਪੋਰਟ ਕੀਤਾ ਜਾ ਸਕਦਾ ਹੈ। ਸੋ ਆਈਸ ਅਧਿਕਾਰੀਆਂ ਵੱਲੋਂ ਅਪਣਾਈ ਜਾ ਰਹੀ ਇਸ ਨਵੀਂ ਨੀਤੀ ਤਹਿਤ ਜੇਕਰ ਕਿਸੇ ਵਿਅਕਤੀ ਦਾ ਸ਼ਰਨ ਦਾ ਕੇਸ ਅਦਾਲਤ ਵਿੱਚ ਫੇਲ ਹੋ ਜਾਂਦਾ ਹੈ ਤਾਂ ਸਰਕਾਰ ਕੋਲ ਇਹ ਅਖਤਿਆਰ ਹੋਵੇਗਾ ਕਿ ਉਹ ਉਸ ਵਿਅਕਤੀ ਨੂੰ ਅਜਿਹੇ ਦੇਸ਼ ਭੇਜ ਦੇਵੇ ਜਿਸ ਨਾਲ ਅਮਰੀਕਾ ਨੇ ਸਮਝੌਤਾ ਕੀਤਾ ਹੋਇਆ ਹੈ। ਉਦਾਹਰਨ ਵਜੋਂ ਜੇਕਰ ਕੋਈ ਭਾਰਤੀ ਜਾਂ ਮੱਧ ਅਮਰੀਕੀ ਦੇਸ਼ ਦਾ ਨਾਗਰਿਕ ਹੈ ਤਾਂ ਉਸ ਨੂੰ ਵਾਪਸ ਉੱਥੇ ਭੇਜਣ ਦੀ ਬਜਾਏ ਕਿਸੇ ਹੋਰ ਦੇਸ਼ ਭੇਜਿਆ ਜਾ ਸਕਦਾ ਹੈ। ਪ੍ਰਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕਾਨੂੰਨੀ ਮਾਹਰਾਂ ਅਤੇ ਵਕੀਲਾਂ ਦਾ ਇਹ ਕਹਿਣਾ ਹੈ ਇਸ ਖਤਰੇ ਨੇ ਪ੍ਰਵਾਸੀਆਂ ਵਿੱਚ ਭਾਰੀ ਡਰ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਪ੍ਰਵਾਸੀਆਂ ਦਾ ਇਹ ਮੰਨਣਾ ਹੈ ਕਿ ਕਿਸੇ ਅਣਜਾਣ ਦੇਸ਼ ਵਿੱਚ ਜਾ ਕੇ ਨਵੀਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਨਾਲੋਂ ਬਿਹਤਰ ਹੈ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ। ਉਹਨਾਂ ਨੂੰ ਡਰ ਹੈ ਕਿ ਤੀਜੇ ਦੇਸ਼ ਵਿੱਚ ਉਹਨਾਂ ਦਾ ਕੋਈ ਸਹਾਰਾ ਨਹੀਂ ਹੋਵੇਗਾ, ਨਾ ਹੀ ਉਹਨਾਂ ਨੂੰ ਉੱਥੋਂ ਦੀ ਭਾਸ਼ਾ ਜਾਂ ਸੱਭਿਆਚਾਰ ਦਾ ਪਤਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦੀ ਚਿੰਤਾ ਵੀ ਦੂਜੇ ਪਾਸੇ ਨਜ਼ਰ ਆ ਰਹੀ ਹੈ। ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀਆਂ ਸੰਸਥਾਵਾਂ ਨੇ ਸਰਕਾਰ ਦੇ ਇਸ ਕਦਮ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਇੱਕ ਹਥਿਆਰ ਵਜੋਂ ਵਰਤੀ ਜਾ ਰਹੀ ਹੈ। ਇਹ ਪ੍ਰਵਾਸੀਆਂ ਨੂੰ ਮਾਨਸਿਕ ਤੌਰ ਤੇ ਤੋੜਨ ਦੀ ਕੋਸ਼ਿਸ਼ ਹੈ ਤਾਂ ਜੋ ਉਹ ਖੁਦ ਹੀ ਅਮਰੀਕਾ ਛੱਡਣ ਲਈ ਮਜਬੂਰ ਹੋ ਜਾਣ। ਸੋ ਇਸ ਬਦਲਾਅ ਨਾਲ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਇਮੀਗ੍ਰੇਸ਼ਨ ਅਦਾਲਤਾਂ ਦੇ ਬੋਝ ਘਟ ਸਕਦਾ ਹੈ, ਪਰ ਇਸ ਨਾਲ ਮਨੁੱਖੀ ਸੰਕਟ ਵਧਣ ਦੀ ਸੰਭਾਵਨਾ ਹੈ। ਉਹ ਪ੍ਰਵਾਸੀ ਜੋ ਆਪਣੀ ਜਾਨ ਬਚਾਉਣ ਦੇ ਲਈ ਅਮਰੀਕਾ ਆਏ ਸਨ ਹੁਣ ਇੱਕ ਅਜਿਹੀ ਅਨਿਸ਼ਚਿਤਤਾ ਦੇ ਦੌਰ ਵਿੱਚ ਹਨ ਜਿੱਥੇ ਉਹਨਾਂ ਨੂੰ ਆਪਣਾ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਦੇ ਇਸ ਸਖਤ ਰੁਖ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਅਮਰੀਕਾ ਵਿੱਚ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚੁਣੌਤੀਪੂਰਨ ਹੋ ਗਿਆ ਹੈ। ਅਮਰੀਕਾ ਦੇ ਟੈਕਸ ਵਿਭਾਗ ਇੰਟਰਨਲ ਰੈਵਨਿਊ ਸਰਵਿਸ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਅਨੁਸਾਰ ਦੇਸ਼ ਭਰ ਦੇ ਲੱਖਾਂ ਟੈਕਸ ਦਾਤਿਆਂ ਦੇ ਕਰੋੜਾਂ ਡਾਲਰ ਰਿਫੰਡ ਦੇ ਰੂਪ ਵਿੱਚ ਵਿਭਾਗ ਦੇ ਕੋਲ ਜਮ੍ਹਾਂ ਪਏ ਹਨ।
ਜੇਕਰ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ ਆਪਣਾ ਟੈਕਸ ਰਿਟਰਨ ਫਾਈਲ ਨਹੀਂ ਕੀਤਾ ਸੀ ਜਾਂ ਕੋਈ ਗਲਤੀ ਰਹਿ ਗਈ ਸੀ ਤਾਂ ਹੋ ਸਕਦਾ ਹੈ ਕਿ IRS ਵੱਲ ਤੁਹਾਡਾ ਵੀ ਰਿਫੰਡ ਨਿਕਲਦਾ ਹੋਵੇ। ਅਕਸਰ ਬਹੁਤ ਸਾਰੇ ਲੋਕ ਖਾਸ ਕਰਕੇ ਘੱਟ ਆਮਦਨ ਵਾਲੇ ਜਾਂ ਵਿਦਿਆਰਥੀ ਇਹ ਸੋਚ ਕੇ ਟੈਕਸ ਰਿਟਰਨ ਫਾਈਲ ਨਹੀਂ ਕਰਦੇ ਕਿ ਉਹਨਾਂ ਦੀ ਕਮਾਈ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੀ। ਪਰ IRS ਮੁਤਾਬਕ ਭਾਵੇਂ ਤੁਹਾਡੀ ਆਮਦਨ ਘੱਟ ਹੋਵੇ ਫਿਰ ਵੀ ਤੁਹਾਡੇ ਰੋਜ਼ਗਾਰਦਾਤਾ ਨੇ ਤੁਹਾਡੀ ਤਨਖਾਹ ਵਿੱਚੋਂ ਟੈਕਸ ਕੱਟਿਆ ਹੋ ਸਕਦਾ ਹੈ। ਇਸ ਤੋਂ ਇਲਾਵਾ अर्नड ਇਨਕਮ ਟੈਕਸ ਕ੍ਰੈਡਿਟ ਵਰਗੇ ਕਈ ਟੈਕਸ ਬੈਨੀਫਿਟਸ ਹੁੰਦੇ ਹਨ ਜਿਨ੍ਹਾਂ ਦਾ ਲਾਭ ਲੈਣ ਲਈ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਰਿਟਰਨ ਫਾਈਲ ਨਹੀਂ ਕੀਤੀ ਤਾਂ ਉਹ ਪੈਸਾ ਸਰਕਾਰ ਕੋਲ ਹੀ ਰਹਿ ਜਾਂਦਾ ਹੈ। IRS ਨੇ ਚੇਤਾਵਨੀ ਦਿੱਤੀ ਹੈ ਕਿ ਇਹ ਪੈਸਾ ਕਲੇਮ ਕਰਨ ਲਈ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਆਮ ਤੌਰ ਤੇ ਟੈਕਸ ਦਾਤਿਆਂ ਕੋਲ ਆਪਣਾ ਪੁਰਾਣਾ ਰਿਫੰਡ ਵਾਪਸ ਲੈਣ ਲਈ 3 ਸਾਲਾਂ ਦਾ ਸਮਾਂ ਹੁੰਦਾ ਹੈ। ਜੇਕਰ ਇਸ ਸਮੇਂ ਦੇ ਅੰਦਰ ਰਿਟਰਨ ਫਾਈਲ ਨਹੀਂ ਕੀਤੀ ਜਾਂਦੀ ਤਾਂ ਉਹ ਪੈਸਾ ਹਮੇਸ਼ਾ ਲਈ ਅਮਰੀਕੀ ਖਜ਼ਾਨੇ ਦਾ ਹਿੱਸਾ ਬਣ ਜਾਂਦਾ ਹੈ ਅਤੇ ਤੁਸੀਂ ਉਸ ਤੇ ਆਪਣਾ ਹੱਕ ਗਵਾ ਬੈਠਦੇ ਹੋ। ਇੱਥੇ ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਇਹ ਰਿਫੰਡ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ। IRS ਕੋਲ ਪਏ ਇਸ ਅਨਕਲੇਮ ਕੀਤੇ ਪੈਸੇ ਵਿੱਚੋਂ ਔਸਤਨ ਰਿਫੰਡ ਦੀ ਰਕਮ ਸੈਂਕੜੇ ਜਾਂ ਹਜ਼ਾਰਾਂ ਡਾਲਰਾਂ ਤੱਕ ਹੋ ਸਕਦੀ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਸਰਕਾਰ ਕੋਲ ਪਿਆ ਉਹਨਾਂ ਦਾ ਪੈਸਾ, ਮਿਹਨਤ ਦਾ ਪੈਸਾ ਵਾਪਸ ਹਾਸਲ ਕਰਨ ਲਈ ਕਦਮ ਚੁੱਕਣਾ ਚਾਹੀਦਾ ਹੈ। ਅਮਰੀਕਾ ਵਿੱਚ ਹਰਜਿੰਦਰ ਸਿੰਘ ਦੇ ਨਾਜਾਇਜ਼ ਯੂ-ਟਰਨ ਤੋਂ ਬਾਅਦ ਨਾਜਾਇਜ਼ ਪਾਰਕਿੰਗ ਦਾ ਮਾਮਲਾ ਚਰਚਾ ਵਿੱਚ ਹੈ ਅਤੇ ਪੈਂਸਿਲਵੇਨੀਆ ਵਿੱਚ ਵਾਪਰੇ ਜਾਨਲੇਵਾ ਹਾਦਸੇ ਦੇ ਪੀੜਿਤ ਪਰਿਵਾਰ ਵੱਲੋਂ ਜਗਦੀਸ਼ ਢਿੱਲੋਂ, ਜੋਗਿੰਦਰ ਗਿੱਲ ਅਤੇ ਗੁਰਦੀਪ ਸਿੰਘ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ। ਫਲੋਰੀਡਾ ਦੇ ਐਜਵਾਟਰ ਨਾਲ ਸੰਬੰਧਿਤ ਕੈਥੀ ਬ੍ਰਾਊਨ ਵੱਲੋਂ ਆਪਣੇ ਬੇਟੇ ਟ੍ਰੈਵਿਸ ਬ੍ਰਾਊਨ ਦੀ ਮੌਤ ਲਈ ਫਲੀਟੈਕਸ ਟਰਾਂਸਪੋਰਟ ਦੇ ਡਰਾਈਵਰਾਂ ਜਗਦੀਸ਼ ਢਿੱਲੋਂ ਅਤੇ ਜੋਗਿੰਦਰ ਗਿੱਲ ਤੋਂ ਇਲਾਵਾ ਗਿਗ ਐਕਸਪ੍ਰੈਸ ਦੇ ਗੁਰਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮੁਕੱਦਮੇ ਵਿੱਚ ਸ਼ੇਰੂ ਢਿੱਲੋਂ ਟਰਾਂਸਪੋਰਟ ਦਾ ਨਾਂ ਵੀ ਸ਼ਾਮਲ ਹੈ ਅਤੇ ਇਹ ਸਾਰੇ ਕੈਨੇਡਾ ਦੇ ਓਨਟਾਰੀਓ ਸੂਬੇ ਨਾਲ ਸੰਬੰਧਿਤ ਹਨ। ਪਿਛਲੇ ਸਾਲ 15 ਅਕਤੂਬਰ ਨੂੰ ਵਾਪਰੇ ਹਾਦਸੇ ਦੌਰਾਨ ਟ੍ਰੈਵਿਸ ਬ੍ਰਾਊਨ ਆਪਣੀ ਫੋਰਡ ਐਕਸਪਲੋਰਰ SUV ਰਾਹੀਂ ਇੰਟਰਸਟੇਟ 79 ਤੇ ਜਾ ਰਹੀ ਸੀ ਜਦੋਂ ਉਸ ਦੀ ਗੱਡੀ ਸੜਕ ਦੇ ਇੱਕ ਪਾਸੇ ਖੜੇ ਟਰੱਕ ਦੇ ਪਿੱਛੇ ਜਾ ਵੱਜੀ ਅਤੇ ਉਹ ਮੌਕੇ ਤੇ ਦਮ ਤੋੜ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਟਰੈਕਟਰ ਟ੍ਰੇਲਰ ਫਲੀਟੈਕਸ ਦਾ ਸੀ ਅਤੇ ਟੀਮ ਡਰਾਈਵਰਾਂ ਨੇ ਜਗਦੀਸ਼ ਢਿੱਲੋਂ ਤੇ ਜੋਗਿੰਦਰ ਗਿੱਲ ਨੇ ਵਾਰੀ ਬਦਲਣ ਲਈ ਟਰੱਕ ਰੋਕਿਆ। ਪੈਂਸਿਲਵੇਨੀਆ ਸਟੇਟ ਪੁਲਿਸ ਦੀ ਕ੍ਰੈਸ਼ ਰਿਪੋਰਟ ਮੁਤਾਬਕ ਟਰੱਕ ਨੂੰ ਸਹੀ ਥਾਂ ਤੇ ਨਹੀਂ ਸੀ ਰੋਕਿਆ ਗਿਆ। ਢਿੱਲੋਂ ਅਤੇ ਗਿੱਲ ਦਾ ਟਰੱਕ ਇੱਕ ਹੋਰ ਟਰੱਕ ਦੇ ਪਿੱਛੇ ਖੜਾ ਸੀ ਜੋ ਗੁਰਦੀਪ ਸਿੰਘ ਦਾ ਦੱਸਿਆ ਗਿਆ ਅਤੇ ਇਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਬਰਮ ਤੇ ਖੜਾ ਸੀ। ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ ਗੁਰਦੀਪ ਸਿੰਘ ਰਾਤ 11:30 ਵਜੇ ਤੋਂ ਟਰੱਕ ਦੇ ਸਲੀਪਿੰਗ ਏਰੀਆ ਵਿੱਚ ਸੀ ਅਤੇ ਹਾਦਸਾ ਤਕਰੀਬਨ 3.5 ਘੰਟੇ ਬਾਅਦ ਵਾਪਰਿਆ। ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਢਿੱਲੋਂ ਅਤੇ ਗਿੱਲ ਨੇ ਟਰੱਕ ਦੇ ਪਿੱਛੇ ਵਾਰਨਿੰਗ ਡਿਵਾਈਸ ਨਹੀਂ ਸੀ ਲਾਈ ਸੀ ਜਿਸ ਨਾਲ ਪਿੱਛੋਂ ਆਉਣ ਵਾਲੇ ਡਰਾਈਵਰਾਂ ਨੂੰ ਟਰੱਕ ਦੀ ਮੌਜੂਦਗੀ ਬਾਰੇ ਪਤਾ ਲੱਗ ਸਕੇ। ਸੋ ਮੁਕੱਦਮੇ ਵਿੱਚ ਤਿੰਨੋਂ ਪੰਜਾਬੀ ਡਰਾਈਵਰਾਂ ਤੇ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ ਜਦਕਿ ਸ਼ੇਰੂ ਢਿੱਲੋਂ ਟਰਾਂਸਪੋਰਟ ਅਤੇ ਗਿਗ ਐਕਸਪ੍ਰੈਸ ਡਰਾਈਵਰ ਦੀ ਸਹੀ ਤਰੀਕੇ ਨਾਲ ਭਰਤੀ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ 9 ਮਈ ਤੋਂ 11 ਮਈ ਤੱਕ 3 ਦਿਨਾਂ ਦੀ ਜੰਗਬੰਦੀ ਦਾ ਵੱਡਾ ਐਲਾਨ ਕੀਤਾ ਹੈ। ਟਰੰਪ ਅਨੁਸਾਰ ਇਸ ਜੰਗਬੰਦੀ ਦੌਰਾਨ ਸਾਰੀਆਂ ਹਿੰਸਕ ਗਤੀਵਿਧੀਆਂ ਰੋਕ ਦਿੱਤੀਆਂ ਜਾਣਗੀਆਂ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ 1000 ਕੈਦੀਆਂ ਦੀ ਅਦਲਾ ਬਦਲੀ ਕਰਨ ਲਈ ਵੀ ਸਹਿਮਤ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਕੈਦੀਆਂ ਦੀ ਅਦਲਾ ਬਦਲੀ ਲਈ ਰੂਸ ਵੱਲੋਂ ਹਰੀ ਝੰਡੀ ਮਿਲ ਗਈ ਹੈ ਅਤੇ ਇਹ ਜੰਗਬੰਦੀ ਪ੍ਰਣਾਲੀ ਸਹੀ ਤਰੀਕੇ ਨਾਲ ਸਥਾਪਿਤ ਹੋਣੀ ਚਾਹੀਦੀ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਜਾਣਕਾਰੀ ਦਿੱਤੀ ਕਿ ਜੰਗਬੰਦੀ ਉਹਨਾਂ ਦੀ ਸਿੱਧੀ ਬੇਨਤੀ ਤੇ ਹੋਈ ਹੈ। ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦਾ ਇਸ ਮੰਗ ਨੂੰ ਮੰਨਣ ਦੇ ਲਈ ਧੰਨਵਾਦ ਕੀਤਾ ਹੈ। ਟਰੰਪ ਨੇ ਉਮੀਦ ਜਤਾਈ ਕਿ ਇਹ ਇਸ ਲੰਬੀ ਅਤੇ ਘਾਤਕ ਜੰਗ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਇਹ ਜੰਗਬੰਦੀ ਰੂਸ ਵਿੱਚ ਮਨਾਏ ਜਾਣ ਵਾਲੇ ਵਿਕਟਰੀ ਡੇ ਦੇ ਮੌਕੇ ਤੇ ਕੀਤੀ ਗਈ ਹੈ। ਟਰੰਪ ਨੇ ਕਿਹਾ ਹੈ ਕਿ ਇਹ ਦਿਨ ਰੂਸ ਲਈ ਜਸ਼ਨ ਦਾ ਹੈ ਪਰ ਯੂਕਰੇਨ ਲਈ ਵੀ ਬਰਾਬਰ ਮਹੱਤਵਪੂਰਨ ਹੈ ਕਿਉਂਕਿ ਉਹ ਦੂਜੀ ਵਿਸ਼ਵ ਜੰਗ ਵਿੱਚ ਇੱਕ ਵੱਡਾ ਹਿੱਸਾ ਅਤੇ ਕਾਰਕ ਸਨ। ਉਹਨਾਂ ਨੇ ਕਿਹਾ ਇਸ ਵੱਡੇ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਜਾਰੀ ਹੈ ਅਤੇ ਉਹ ਹਰ ਦਿਨ ਇਸ ਦੇ ਹੱਲ ਦੇ ਨੇੜੇ ਪਹੁੰਚ ਰਹੇ ਹਨ।
ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਮੁੱਦੇ ਤੇ ਖੜਕਾ ਦੜਕਾ ਹੋ ਗਿਆ ਅਤੇ ਨੌਬਤ ਜਾਨੋਂ ਮਾਰਨ ਦੇ ਯਤਨ ਤੱਕ ਪੁੱਜ ਗਏ। ਜੀ ਹਾਂ, ਮੌਂਟਰੀਅਲ ਦੇ ਲਾਸਾਲ ਗੁਰਦੁਆਰਾ ਸਾਹਿਬ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀ ਹੈ ਅਤੇ ਭਾਰਤੀ ਮੀਡੀਆ ਮੁਤਾਬਕ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਜਰ ਸਿੰਘ ਨੇ ਗੋਲਕ ਦੀ ਮਾਇਆ ਹੜੱਪਣ ਦੀ ਦੋਸ਼ ਲਾਏ ਤਾਂ ਮਾਮਲਾ ਪੱਕ ਗਿਆ ਅਤੇ ਮੇਜਰ ਸਿੰਘ ਉੱਤੇ ਬਰਸ਼ੇ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਰਸ਼ੇ ਨਾਲ ਵਾਰ ਕਰਨ ਦਾ ਯਤਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਆਰਾਮ ਨਾਲ ਕਿ ਮੀਟਿੰਗ ਵਿੱਚ ਮੌਜੂਦ ਇੱਕ ਮੈਂਬਰ ਦੀ ਪੱਗ ਵੀ ਲੱਥ ਜਾਂਦੀ ਹੈ, ਜਦਕਿ ਕੁਝ ਮੈਂਬਰ ਗੁੱਸੇ ਵਿੱਚ ਆਏ ਸ਼ਖਸ ਨੂੰ ਕਾਬੂ ਕਰਨ ਦਾ ਯਤਨ ਕਰਦੇ ਹਨ। ਸੋ ਇਸ ਵੀਡੀਓ ਦੀ ਤਸਦੀਕ ਨਹੀਂ ਕਰ ਸਕਦੇ ਅਸੀਂ, ਪਰ ਅਜਿਹੀ ਹੀ ਇੱਕ ਘਟਨਾ ਅਪ੍ਰੈਲ ਮਹੀਨੇ ਦੌਰਾਨ ਸਰੀ ਦੇ ਗੁਰਦੁਆਰਾ ਸਾਹਿਬ ਵਿੱਚ ਸਾਹਮਣੇ ਆਈ, ਜਿੱਥੇ ਸੰਗਤ ਦੇ ਵੱਡੇ ਇਕੱਠ ਦੌਰਾਨ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਪੁਲਿਸ ਨੂੰ ਦਖਲ ਦੇਣਾ ਪਿਆ। ਅਮਰੀਕੀ ਫੌਜ ਦੀ ਕੇਂਦਰੀ ਕਮਾਨ ਨੇ ਐਲਾਨ ਕੀਤਾ ਕਿ ਉਸ ਦੇ ਬਲਾਂ ਨੇ 2 ਹੋਰ ਇਰਾਨੀ ਟੈਂਕਰਾਂ ਨੂੰ ਨਕਾਰਾ ਕਰ ਦਿੱਤਾ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਇਹ ਜਹਾਜ਼ ਅਮਰੀਕਾ ਵੱਲੋਂ ਲਗਾਈ ਗਈ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਇੱਕ ਪੋਸਟ ਰਾਹੀਂ ਫੌਜ ਨੇ ਦੱਸਿਆ ਕਿ ਅਮਰੀਕੀ ਜਲ ਸੈਨਾ ਦੇ ਇੱਕ ਲੜਾਕੂ ਜਹਾਜ਼ ਨੇ ਓਮਾਨ ਦੀ ਖਾੜੀ ਵਿੱਚ ਇਰਾਨੀ ਬੰਦਰਗਾਹ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਜਹਾਜ਼ਾਂ ਦੀਆਂ ਚਿਮਨੀਆਂ ਤੇ ਬੰਬਾਰੀ ਕੀਤੀ। ਇਸ ਘਟਨਾ ਨਾਲ ਖੇਤਰ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। ਆਪਣੀ ਜ਼ਿੰਦਗੀ 'ਚ ਸੰਜੋਏ ਸੁਨਹਿਰੀ ਸੁਪਨਿਆਂ ਦੀ ਸਕਾਰਤਾ ਲਈ ਪੰਜਾਬ ਤੋਂ 3 ਸਾਲ ਪਹਿਲਾਂ ਸਪਾਊਸ ਵੀਜ਼ੇ ਤੇ ਕੈਨੇਡਾ ਪੁੱਜਣ ਮਗਰੋਂ ਬਰੈਂਪਟਨ ਸ਼ਹਿਰ 'ਚ ਕੰਮ ਕਰਨ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਦੁਖਦਾਈ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਦੇ ਮੁਤਾਬਕ 28 ਸਾਲਾਂ ਦੇ ਰਾਜਵਿੰਦਰ ਸਿੰਘ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਆંકੜੇ ਅਨੁਸਾਰ ਅਪ੍ਰੈਲ ਵਿੱਚ ਦੇਸ਼ ਵਿੱਚ 17,700 ਨੌਕਰੀਆਂ ਖਤਮ ਹੋਈਆਂ, ਜਿਸ ਨਾਲ ਬੇਰੁਜ਼ਗਾਰੀ ਦਰ ਵੱਧ ਕੇ 6.9% ਹੋ ਗਈ। ਪਿਛਲੇ 6 ਮਹੀਨਿਆਂ ਵਿੱਚ ਇਹ ਸਭ ਤੋਂ ਉੱਚਾ ਪੱਧਰ ਹੈ। ਮਾਹਰਾਂ ਨੇ ਅਮਰੀਕੀ ਟੈਰਿਫਾਂ ਅਤੇ ਵਪਾਰਕ ਅਨਿਸ਼ਚਿਤਤਾ ਨੂੰ ਮੁੱਖ ਕਾਰਨ ਦੱਸਿਆ। CIBC ਦੇ ਅਰਥਸ਼ਾਸਤਰੀ ਐਂਡਰੂ ਗ੍ਰੈਂਥਮ ਨੇ ਕਿਹਾ ਹੈ ਕਿ 2026 ਦੇ ਪਹਿਲੇ 4 ਮਹੀਨਿਆਂ 'ਚੋਂ 3 ਮਹੀਨਿਆਂ ਵਿੱਚ ਨੌਕਰੀਆਂ ਘਟੀਆਂ ਹਨ, ਜੋ ਲੇਬਰ ਮਾਰਕੀਟ ਲਈ ਨਕਾਰਾਤਮਕ ਸੰਕੇਤ ਹੈ। ਅਪ੍ਰੈਲ ਵਿੱਚ ਫੁੱਲ ਟਾਈਮ ਨੌਕਰੀਆਂ 44,700 ਘਟੀਆਂ, ਹਾਲਾਂਕਿ ਪਾਰਟ ਟਾਈਮ ਵਿੱਚ 29,000 ਵਾਧੇ ਨਾਲ ਕੁਝ ਹੱਦ ਤੱਕ ਨੁਕਸਾਨ ਘਟਿਆ। ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ ਕੁੱਲ 1,11,000 ਫੁੱਲ ਟਾਈਮ ਨੌਕਰੀਆਂ ਘਟੀਆਂ ਹਨ। ਉਦਯੋਗ ਖੇਤਰ ਦੇ ਵਿੱਚ 26,800 ਨੌਕਰੀਆਂ ਘਟੀਆਂ, ਜਦਕਿ ਸਰਵਿਸ ਸੈਕਟਰ ਵਿੱਚ 9,100 ਵਧੀਆਂ ਹਨ। ਸੋ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 14.3% ਤੱਕ ਪਹੁੰਚ ਗਈ ਹੈ। ਈਰਾਨ ਅਤੇ ਅਮਰੀਕਾ ਦੀ ਸਮੁੰਦਰੀ ਫੌਜ ਦਰਮਿਆਨ ਬੀਤੀ ਰਾਤ ਹੋਰਮੁਜ਼ ਸਟ੍ਰੇਟ ਵਿੱਚ ਹੋਈ ਫਾਇਰਿੰਗ ਦੀ ਲਪੇਟ ਵਿੱਚ ਆਉਣ ਦੇ ਕਾਰਨ ਗੁਜਰਾਤ ਦਾ ਇੱਕ ਭਾਰ-ਟੋਨ ਜਹਾਜ਼ ਡੁੱਬ ਗਿਆ। ਇਹ ਜਹਾਜ਼ ਗੁਜਰਾਤ ਦੇ ਦਵਾਰਕਾ ਜ਼ਿਲ੍ਹੇ ਦੇ ਸਲਾਈਆ ਦਾ ਸੀ। ਹਾਦਸੇ ਵਿੱਚ ਜਹਾਜ਼ ਦੇ ਇੰਜਨ ਰੂਮ ਵਿੱਚ ਕੰਮ ਕਰ ਰਹੇ ਅਲਤਾਫ ਤਾਲਬ ਕੇਰ ਨਾਂ ਦੇ ਭਾਰਤੀ ਕਰੂ ਮੈਂਬਰ ਦੀ ਮੌਤ ਹੋ ਗਈ ਹੈ, ਜਦਕਿ ਬਾਕੀ 17 ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ। ਭਾਰ ਢੋਣ ਵਾਲਾ ਜਹਾਜ਼ ਦੁਬਈ ਤੋਂ ਜਨਰਲ ਕਾਰਗੋ ਲੈ ਕੇ ਯਮਨ ਦੀ ਮੁਕਾਲਾ ਬੰਦਰਗਾਹ ਜਾ ਰਿਹਾ ਸੀ। ਜਹਾਜ਼ ਤੇ ਇੱਕ ਗਨਮੈਨ ਸਮੇਤ ਕੁੱਲ 18 ਕਰੂ ਸਵਾਰ ਸਨ। ਆਦਮ ਪਾਈ ਮੁਤਾਬਕ 7 ਮਈ ਦੀ ਸਵੇਰ ਕਰੀਬ 1 ਵਜੇ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰ ਰਿਹਾ ਸੀ। ਇਸੇ ਦੌਰਾਨ ਈਰਾਨ ਅਤੇ ਅਮਰੀਕੀ ਸਮੁੰਦਰੀ ਫੌਜ ਵਿਚਕਾਰ ਆਮੋ ਸਾਹਮਣੇ ਗੋਲੀਬਾਰੀ ਸ਼ੁਰੂ ਹੋ ਗਈ। ਕ੍ਰੋਸ ਫਾਇਰਿੰਗ 'ਚ ਗੁਜਰਾਤ ਦਾ ਇਹ ਜਹਾਜ਼ ਵੀ ਲਪੇਟ ਵਿੱਚ ਆ ਗਿਆ। ਜਹਾਜ਼ ਡੁੱਬਣ ਤੋਂ ਬਾਅਦ ਕਰੂ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਨੇੜਿਓਂ ਲੰਘ ਰਹੇ ਦੂਜੇ ਜਹਾਜ਼ ਨੇ ਮਦਦ ਕੀਤੀ। ਬਚਾਏ ਗਏ ਸਾਰੇ ਕਰੂ ਮੈਂਬਰ 8 ਮਈ ਦੀ ਦੇਰ ਸ਼ਾਮ ਸਹੀ ਸਲਾਮਤ ਦੁਬਈ ਬੰਦਰਗਾਹ ਪਹੁੰਚ ਗਏ। ਇੰਡੀਅਨ ਸੇਲਿੰਗ ਵੈਲਸ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਵਿੱਚ ਭਾਰਤੀ ਜਹਾਜ਼ਾਂ ਦੀ ਸੁਰੱਖਿਆ ਵਧਾਉਣ ਦੀ ਵੀ ਮੰਗ ਕੀਤੀ ਹੈ। ਫਿਲਹਾਲ ਭਾਰਤੀ ਦੂਤਘਰ ਇਸ ਮਾਮਲੇ ਵਿੱਚ ਸਰਗਰਮ ਹੈ ਅਤੇ ਕਰੂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਈਰਾਨ ਨੇ UAE ਤੇ ਮਿਜ਼ਾਈਲਾਂ ਦਾਗੀਆਂ ਹਨ ਅਤੇ ਡਰੋਨ ਹਮਲੇ ਕੀਤੇ ਹਨ। ਅਮਰੀਕਾ ਦੀ ਈਰਾਨੀ ਫੌਜੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਜਾ ਰਹੀ ਹੈ। ਸੰਯੁਕਤ ਅਮੀਰਾਤ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਉਸ ਦੇ ਖਿਲਾਫ 2 ਬੈਲਿਸਟਿਕ ਮਿਜ਼ਾਈਲਾਂ ਅਤੇ 3 ਡਰੋਨ ਦਾਗੇ ਹਨ। UAE ਰੱਖਿਆ ਮੰਤਰਾਲੇ ਨੇ ਐਕਸ ਤੇ ਪੋਸਟ ਕਰਕੇ ਕਿਹਾ ਕਿ ਸਾਰੇ ਟਾਰਗੇਟਸ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਇਸ ਹਮਲੇ 'ਚ 3 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਸ ਦਾਅਵੇ ਤੇ ਈਰਾਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। ਇਸੇ ਦੌਰਾਨ ਅਮਰੀਕਾ ਨੇ ਜੰਗਬੰਦੀ ਦੇ ਬਾਵਜੂਦ ਈਰਾਨ ਤੇ ਫਿਰ ਬੰਬਾਰੀ ਕੀਤੀ ਹੈ। ਅਮਰੀਕਾ ਨੇ ਇਹ ਕਿਹਾ ਹੈ ਕਿ ਈਰਾਨੀ ਫੌਜ ਨੇ ਉਸ ਦੇ ਜੰਗੀ ਜਹਾਜ਼ਾਂ ਤੇ ਮਿਜ਼ਾਈਲਾਂ, ਡਰੋਨਾਂ ਅਤੇ ਛੋਟੀ ਕਿਸ਼ਤੀਆਂ ਨਾਲ ਹਮਲਾ ਕੀਤਾ ਸੀ। ਅੰਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡੇ ਨੇੜੇ ਫਸੇ ਇੱਕ ਕਰੂਜ਼ ਜਹਾਜ਼ ਤੇ ਹੰਟਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਇਸ ਜਹਾਜ਼ ਤੇ ਮੌਜੂਦ ਕਰੂ ਮੈਂਬਰਾਂ ਵਿੱਚ 2 ਭਾਰਤੀ ਵੀ ਸ਼ਾਮਲ ਹਨ। ਹੁਣ ਤੱਕ ਇਸ ਵਾਇਰਸ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋ ਓਸ਼ੀਅਨ ਵਾਈਡ ਐਕਸਪੀਡੀਸ਼ਨਸ ਦਾ ਇਹ ਲਗਜ਼ਰੀ ਕਰੂਜ਼ ਜਹਾਜ਼ 1 ਅਪ੍ਰੈਲ ਨੂੰ ਅਰਜਨਟੀਨਾ ਦੇ ਓਸ਼ੂਆਇਆ ਤੋਂ ਰਵਾਨਾ ਹੋਇਆ ਸੀ ਅਤੇ ਇਸ ਤੇ 10 ਮਈ ਨੂੰ ਸਪੇਨ ਤੇ ਕੈਨਰੀ ਆਈਲੈਂਡ ਪਹੁੰਚਣ ਦੀ ਉਮੀਦ ਹੈ। ਰਿਪੋਰਟਾਂ ਦੇ ਮੁਤਾਬਕ ਜਦੋਂ ਇਹ ਕਰੂਜ਼ ਰਵਾਨਾ ਹੋਇਆ ਸੀ ਉਦੋਂ ਇਸ ਤੇ 28 ਦੇਸ਼ਾਂ ਦੇ ਲਗਭਗ 150 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। BBC ਦੀ ਇੱਕ ਰਿਪੋਰਟ ਦੇ ਅਨੁਸਾਰ ਜਹਾਜ਼ ਤੇ ਸਵਾਰ ਲੋਕਾਂ ਵਿੱਚੋਂ 38 ਫਿਲੀਪੀਨਸ, 31 ਯੂਨਾਈਟਿਡ ਕਿੰਗਡਮ, 23 ਲੋਕ ਅਮਰੀਕਾ ਦੇ ਅਤੇ 2 ਕਰੂ ਮੈਂਬਰ ਭਾਰਤ ਤੋਂ ਸਨ। ਵਿਸ਼ਵ ਸਿਹਤ ਸੰਗਠਨ ਨੇ 5 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ ਇੱਕ 69 ਸਾਲਾਂ ਦੀ ਡੱਚ ਔਰਤ, ਉਸਦਾ ਪਤੀ ਅਤੇ ਇੱਕ ਜਰਮਨ ਔਰਤ ਸ਼ਾਮਲ ਹੈ। ਯੂਨਾਈਟਿਡ ਨੇਸ਼ਨਸ ਦੀ ਸਿਹਤ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਇਹ ਵਾਇਰਸ ਕੋਵਿਡ-19 ਵਾਂਗ ਕੋਈ ਮਹਾਮਾਰੀ ਨਹੀਂ ਹੈ, ਕਿਉਂਕਿ ਇਹ ਨਜ਼ਦੀਕੀ ਅਤੇ ਸਿੱਧੇ ਸੰਪਰਕ ਰਾਹੀਂ ਫੈਲਦਾ ਹੈ। WHO ਦੀ ਮਾਹਰ ਮਾਰੀਆ ਵੈਨ ਨੇ ਇਹ ਦੱਸਿਆ ਕਿ ਹੰਟਾ ਵਾਇਰਸ ਆਮ ਤੌਰ ਤੇ ਚੂਹਿਆਂ ਵਰਗੇ ਜੀਵਾਂ ਤੋਂ ਫੈਲਦਾ ਹੈ, ਪਰ ਇਸ ਵਾਰ ਪਹਿਲੀ ਵਾਰ ਇਨਸਾਨਾਂ ਤੋਂ ਇਨਸਾਨਾਂ ਵਿੱਚ ਫੈਲਣ ਦੇ ਸੰਕੇਤ ਮਿਲੇ ਹਨ। ਅਧਿਕਾਰੀਆਂ ਨੇ ਜਹਾਜ਼ ਤੇ ਸਵਾਰ ਸਾਰੇ ਲੋਕਾਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ। FIFA ਵਰਲਡ ਕੱਪ 2026 ਨੂੰ ਲੈ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਤਿਆਰੀਆਂ ਨੂੰ ਹੋਰ ਰੰਗੀਨ ਬਣਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵੈਨਕੂਵਰ ਦਾ ਪ੍ਰਸਿੱਧ ਸਾਇੰਸ ਵਰਲਡ ਗੁੰਬਦ ਹੁਣ ਇੱਕ ਵਿਸ਼ਾਲ ਫੁੱਟਬਾਲ ਦੀ ਸ਼ਕਲ ਵਿੱਚ ਸਜਾਇਆ ਜਾ ਰਿਹਾ ਹੈ, ਜੋ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇਗਾ। ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਡਿਜ਼ਾਈਨ ਤਹਿਤ ਸਾਇੰਸ ਵਰਲਡ ਦੇ ਗੋਲ ਗੁੰਬਦ ਨੂੰ ਰੰਗ-ਬਿਰੰਗੇ ਫੁੱਟਬਾਲ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿਸ ਤੇ FIFA ਵਰਲਡ ਕੱਪ 2026 ਨਾਲ ਸੰਬੰਧਿਤ ਡਿਜ਼ਾਈਨ ਅਤੇ ਲੋਗੋ ਵੀ ਦਰਸਾਏ ਜਾਣਗੇ। ਇਹ ਪ੍ਰੋਜੈਕਟ ਵੈਨਕੂਵਰ ਵਿੱਚ ਵਰਲਡ ਕੱਪ ਦੇ ਮਾਹੌਲ ਨੂੰ ਹੋਰ ਉਤਸ਼ਾਹਪੂਰਨ ਬਣਾਉਣ ਲਈ ਕੀਤਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਵੈਨਕੂਵਰ FIFA ਵਰਲਡ ਕੱਪ 2026 ਦੇ ਮੇਜ਼ਬਾਨ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ BC ਪਲੇਸ ਸਟੇਡੀਅਮ ਵਿੱਚ ਕਈ ਮਹੱਤਵਪੂਰਨ ਮੁਕਾਬਲੇ ਖੇਡੇ ਜਾਣੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਭਰ ਵਿੱਚ ਸਜਾਵਟ, ਸੁਰੱਖਿਆ ਅਤੇ ਸੈਰ ਸਪਾਟੇ ਨਾਲ ਸੰਬੰਧਿਤ ਕਈ ਯੋਜਨਾਵਾਂ ਤੇ ਕੰਮ ਜਾਰੀ ਹੈ। ਸਥਾਨਕ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਇੰਸ ਵਰਲਡ ਨੂੰ ਵਿਸ਼ਾਲ ਫੁੱਟਬਾਲ ਦੇ ਰੂਪ ਵਿੱਚ ਦੇਖਣਾ ਇੱਕ ਵਿਲੱਖਣ ਅਨੁਭਵ ਹੋਵੇਗਾ ਅਤੇ ਇਸ ਨਾਲ ਵੈਨਕੂਵਰ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ। ਭਾਰਤ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਵਿੱਚੋਂ ਇੱਕ ਮੰਨੇ ਜਾ ਰਹੇ ਬੋਇੰਗ 787-8 ਡ੍ਰੀਮਲਾਈਨਰ ਹਾਦਸੇ ਦੀ ਜਾਂਚ ਹੁਣ ਆਪਣੇ ਆਖਰੀ ਪੜਾਅ ਵਿੱਚ ਪਹੁੰਚ ਗਈ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ ਇਸ ਹਾਦਸੇ ਬਾਰੇ ਅੰਤਿਮ ਜਾਂਚ ਰਿਪੋਰਟ ਅਗਲੇ 1 ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ। ਇਸ ਹਾਦਸੇ ਦੀ ਜਾਂਚ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਕੀਤੀ ਜਾ ਰਹੀ ਹੈ। ਹੁਣ ਸਭ ਦੀ ਨਜ਼ਰ AAIB ਦੀ ਇਸੇ ਅੰਤਿਮ ਰਿਪੋਰਟ ਤੇ ਟਿਕੀ ਹੋਈ ਹੈ। ਇਸ ਰਿਪੋਰਟ ਤੋਂ ਇਹ ਸਾਫ਼ ਹੋ ਸਕੇਗਾ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਜਾਂ ਕਿਸੇ ਤਕਨੀਕੀ ਖਰਾਬੀ ਨੇ ਇਹ ਵੱਡਾ ਹਾਦਸਾ ਕਰਵਾਇਆ। ਇਹ ਹਾਦਸਾ 12 ਜੂਨ 2025 ਨੂੰ ਹੋਇਆ ਸੀ, ਜਦੋਂ 에ਅਰ ਇੰਡੀਆ ਦੀ ਫਲਾਈਟ AI-171 ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ 에ਅਰਪੋਰਟ ਲਈ ਉੱਡੀ ਸੀ। ਜਹਾਜ਼ ਟੇਕ ਆਫ ਤੋਂ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ ਸੀ ਅਤੇ ਇਸ ਭਿਆਨਕ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 241 ਯਾਤਰੀ ਅਤੇ ਅਮਲੇ ਦੇ ਮੈਂਬਰ ਅਤੇ ਜ਼ਮੀਨ ਤੇ ਮੌਜੂਦ ਕੁਝ ਲੋਕ ਵੀ ਸ਼ਾਮਲ ਸਨ। ਜਾਂਚ ਟੀਮ ਜਹਾਜ਼ ਦੇ ਕਈ ਹਿੱਸਿਆਂ ਦੀ ਜਾਂਚ ਕਰ ਚੁੱਕੀ ਹੈ। ਤਕਨੀਕੀ ਖਾਮੀਆਂ, ਮਨੁੱਖੀ ਗਲਤੀਆਂ, ਸੰਗਠਨਾਤਮਕ ਕਾਰਨਾਂ ਅਤੇ ਆਪਰੇਸ਼ਨਲ ਪ੍ਰਕਿਰਿਆਵਾਂ ਸਭ ਦੀ ਪੜਤਾਲ ਕੀਤੀ ਜਾ ਰਹੀ ਹੈ। ਅਮਰੀਕੀ ਫੌਜ ਦੀ ਸਦਰਨ ਕਮਾਂਡ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਇੱਕ ਕਿਸ਼ਤੀ ਤੇ ਘਾਤਕ ਹਮਲਾ ਕਰਕੇ ਉਸ ਨੂੰ ਡੁਬਾ ਦਿੱਤਾ ਹੈ। ਇਸ ਕਾਰਵਾਈ ਵਿੱਚ 2 ਸ਼ੱਕੀ ਤਸਕਰ ਮਾਰੇ ਗਏ ਹਨ, ਜਦਕਿ ਇੱਕ ਵਿਅਕਤੀ ਜ਼ਿੰਦਾ ਬਚਿਆ। ਅਮਰੀਕੀ ਫੌਜ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਹ ਕਿਸ਼ਤੀ ਨਿਰਧਾਰਤ ਅੱਤਵਾਦੀ ਸੰਗਠਨਾਂ ਦੁਆਰਾ ਚਲਾਈ ਜਾ ਰਹੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੇ ਪੁਸ਼ਟੀ ਕੀਤੀ ਸੀ ਕਿ ਇਹ ਕਿਸ਼ਤੀ ਪ੍ਰਸ਼ਾਂਤ ਮਹਾਸਾਗਰ ਦੇ ਜਾਣੇ ਪਛਾਣੇ ਨਸ਼ਾ ਤਸਕਰੀ ਦੇ ਰਸਤਿਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੀ ਸੀ। ਇਸ ਹਮਲੇ ਵਿੱਚ 2 ਨਾਰਕੋ ਅੱਤਵਾਦੀ ਮਾਰੇ ਗਏ ਹਨ ਤੇ ਕਿਸੇ ਵੀ ਅਮਰੀਕੀ ਫੌਜੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਪਿਛਲੇ ਕੁਝ ਦਿਨਾਂ ਤੋਂ ਸਮੁੰਦਰੀ ਰਸਤਿਆਂ ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਸ ਤੋਂ ਪਹਿਲਾਂ 5 ਮਈ ਨੂੰ ਪੂਰਬੀ ਪ੍ਰਸ਼ਾਂਤ ਵਿੱਚ ਇੱਕ ਹੋਰ ਕਿਸ਼ਤੀ ਤੇ ਹਮਲਾ ਕਰਕੇ 3 ਤਸਕਰਾਂ ਨੂੰ ਮਾਰ ਦਿੱਤਾ ਗਿਆ ਸੀ, ਜਦਕਿ 4 ਮਈ ਨੂੰ ਕੈਰੇਬੀਅਨ ਸਾਗਰ ਵਿੱਚ ਕੀਤੀ ਗਈ ਕਾਰਵਾਈ ਵਿੱਚ 2 ਲੋਕ ਮਾਰੇ ਗਏ ਸਨ। 26 ਅਪ੍ਰੈਲ ਨੂੰ ਵੀ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਹੋਰ ਕਿਸ਼ਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ 'ਚ 3 ਲੋਕ ਮਾਰੇ ਗਏ ਸਨ। ਅਮਰੀਕਾ ਵੱਲੋਂ ਹੁਣ ਤੱਕ 50 ਤੋਂ ਵੱਧ ਘਾਤਕ ਹਵਾਈ ਹਮਲੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ ਹੁਣ ਤੱਕ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਸਦਰਨ ਕਮਾਂਡ ਅਨੁਸਾਰ ਇਹ ਕਿਸ਼ਤੀਆਂ ਸਿਰਫ ਨਸ਼ਾ ਹੀ ਨਹੀਂ ਸਪਲਾਈ ਕਰਦੀਆਂ, ਸਗੋਂ ਇਨ੍ਹਾਂ ਰਾਹੀਂ ਹੋਣ ਵਾਲੀ ਕਮਾਈ ਅੱਤਵਾਦੀ ਸੰਗਠਨਾਂ ਨੂੰ
ਫੰਡ ਦੇਣ ਲਈ ਵਰਤੀ ਜਾਂਦੀ ਹੈ। ਇਸ ਲਈ ਅਮਰੀਕਾ ਨੇ ਇਹਨਾਂ ਨੂੰ ਨਾਰਕੋ ਟੈਰਰਿਸਟ ਸ਼੍ਰੇਣੀ ਵਿੱਚ ਰੱਖ ਕੇ ਸਿੱਧੇ ਫੌਜੀ ਹਮਲੇ ਕਰਨ ਦੀ ਨੀਤੀ ਅਪਣਾਈ ਹੈ। ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਰਕੇ 2 ਵਿਦੇਸ਼ੀ ਨਾਗਰਿਕਾਂ ਸਣੇ 3 ਟਰੈਕਰਸ ਦੀ ਮੌਤ ਹੋ ਗਈ ਹੈ, ਜੋ ਪਾਬੰਦੀਆਂ ਵਾਲੇ ਖੇਤਰ ਵਿੱਚ ਟਰੈਕਿੰਗ ਕਰ ਰਹੇ ਸਨ। ਮਰਨ ਵਾਲਿਆਂ ਦੀ ਨਾਗਰਿਕਤਾ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ, ਪਰ ਸਿੰਗਾਪੁਰ ਦੇ 9 ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਜ਼ਿਕਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਜਵਾਲਾਮੁਖੀ ਵਿੱਚ ਧਮਾਕੇ ਮਗਰੋਂ ਆਸਮਾਨ ਵਿੱਚ ਕਈ ਕਿਲੋਮੀਟਰ ਦੀ ਉਚਾਈ ਤੱਕ ਧੂਆਂ ਉੱਠਦਾ ਨਜ਼ਰ ਆਇਆ। ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਵਾਰ ਡਿੱਗਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ। ਇੱਥੇ ਦੱਸਣਾ ਬੰਦ ਹੈ ਕਿ ਇੰਡੋਨੇਸ਼ੀਆ ਦੀ ਜਵਾਲਾਮੁਖੀ ਨਿਗਰਾਨ ਏਜੰਸੀ ਨੇ ਬੀਤੇ ਦਸੰਬਰ ਤੋਂ ਹੀ ਕ੍ਰੇਟਰ ਦੇ 4 ਕਿਲੋਮੀਟਰ ਘੇਰੇ ਵਿੱਚ ਜਾਣ ਤੇ ਰੋਕ ਲਗਾਈ ਹੋਈ ਸੀ, ਪਰ ਟਰੈਕਿੰਗ ਕਰਨ ਵਾਲਿਆਂ ਨੇ ਵਾਰਨਿੰਗ ਸਾਈਨਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੀ ਜਾਨ ਦੇ ਕੇ ਖਮਿਆਜ਼ਾ ਭੁਗਤਣਾ ਪਿਆ। ਫਿਲਹਾਲ ਜਵਾਲਾਮੁਖੀ ਵਿੱਚ ਵੱਡੇ ਪੱਧਰ ਤੇ ਲਾਵਾ ਵਗਣ ਦੀ ਰਿਪੋਰਟ ਨਹੀਂ, ਪਰ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਵਿਗੜ ਸਕਦੇ ਹਨ। ਸਥਾਨਕ ਕਸਬੇ ਦੇ ਨੰਬਰਦਾਰ ਅਵਤਾਰ ਸਿੰਘ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਨੀਲਾ ਵਿੱਚ ਰਹਿੰਦੇ 40 ਸਾਲਾਂ ਦੇ ਪੋਤ ਜਵਾਈ ਰਣਜੀਤ ਸਿੰਘ ਦੀ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਰਣਜੀਤ ਸਿੰਘ ਆਪਣੀ ਮੋਟਰਸਾਈਕਲ ਤੇ ਕੰਮ ਲਈ ਨਿਕਲਿਆ ਸੀ। ਨਗਰ ਪੰਚਾਇਤ ਲੋਹੀਆ ਦੇ ਸਾਬਕਾ ਪ੍ਰਧਾਨ ਤੇ ਨੰਬਰਦਾਰ ਅਵਤਾਰ ਸਿੰਘ ਦੇ ਛੋਟੇ ਭਰਾ ਸ਼ਾਬਾਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਮਨੀਲਾ ਦੇ ਕਲਕਾਨ ਸ਼ਹਿਰ 'ਚ ਆਪਣੇ ਪਰਿਵਾਰ ਸਮੇਤ ਰਹਿ ਕੇ ਕੰਮ ਕਰ ਰਿਹਾ ਸੀ। ਅਮਰੀਕਾ ਵਿੱਚ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀਆਂ ਉਡਨ ਤਸ਼ਤਰੀਆਂ ਮਤਲਬ UFO ਦੀਆਂ ਫਾਈਲਾਂ ਦੀ ਪਹਿਲੀ ਖੇਪ ਜਾਰੀ ਕਰ ਦਿੱਤੀ ਗਈ ਹੈ। ਟਰੰਪ ਪ੍ਰਸ਼ਾਸਨ ਨੇ ਸੈਂਕੜੇ ਨਵੇਂ ਵੀਡੀਓ, ਫੋਟੋਆਂ ਅਤੇ ਪੁਰਾਣੇ ਸਰਕਾਰੀ ਰਿਕਾਰਡ ਜਨਤਕ ਕੀਤੇ ਹਨ। ਇਨ੍ਹਾਂ ਫਾਈਲਾਂ 'ਚ ਸਭ ਤੋਂ ਵੱਧ ਚਰਚਾ ਨਾਸਾ ਦੇ ਅਪੋਲੋ ਮਿਸ਼ਨ ਦੇ ਨਾਲ ਜੁੜੀਆਂ ਤਸਵੀਰਾਂ ਅਤੇ ਪੁਲਾੜ ਯਾਤਰੀਆਂ ਦੀ ਗੱਲਬਾਤ ਨੂੰ ਲੈ ਕੇ ਹੋ ਰਹੀਆਂ ਹਨ। ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਨਾਸਾ ਦੇ ਅਪੋਲੋ 12 ਅਤੇ ਅਪੋਲੋ 17 ਮਿਸ਼ਨ ਨਾਲ ਜੁੜੀਆਂ ਕੁਝ ਤਸਵੀਰਾਂ ਅਤੇ ਗੱਲਬਾਤ ਦੇ ਰਿਕਾਰਡ ਵੀ ਸ਼ਾਮਲ ਹਨ। ਇੱਕ ਤਸਵੀਰ ਵਿੱਚ ਚੰਦਰਮਾ ਦੀ ਸਤਹ ਉੱਪਰ ਆਸਮਾਨ 'ਚ 3 ਰਹੱਸਮਈ ਬਿੰਦੂ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ। ਸਭ ਤੋਂ ਦਿਲਚਸਪ ਹਿੱਸਾ ਅਪੋਲੋ 17 ਮਿਸ਼ਨ ਦਾ ਟ੍ਰਾਂਸਕ੍ਰਿਪਟ ਮੰਨਿਆ ਜਾ ਰਿਹਾ ਹੈ, ਯਾਨੀ ਕਿ ਲਿਖਤੀ ਗੱਲਬਾਤ ਮੰਨਿਆ ਜਾ ਰਿਹਾ ਹੈ। ਇਸ ਵਿੱਚ ਪੁਲਾੜ ਯਾਤਰੀ ਉਡਾਨ ਦੌਰਾਨ ਪੁਲਾੜ ਯਾਨ ਦੇ ਕੋਲ ਚਮਕਦੀਆਂ ਚੀਜ਼ਾਂ ਦਿਖਾਈ ਦੇਣ ਦੀ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮਹੀਨੇ ਪਹਿਲਾਂ ਰੱਖਿਆ ਮੰਤਰੀ ਪੀਟ ਹੈਗਸੇਥ ਨੂੰ ਉਡਨ ਤਸ਼ਤਰੀਆਂ ਅਤੇ ਕਥਿਤ ਏਲੀਅਨ ਗਤੀਵਿਧੀਆਂ ਨਾਲ ਜੁੜੇ ਰਿਕਾਰਡ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਇਨ੍ਹਾਂ ਫਾਈਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਡਨ ਤਸ਼ਤਰੀਆਂ ਅਤੇ ਏਲੀਅਨ ਜੀਵਨ ਨੂੰ ਲੈ ਕੇ ਬਹਿਸ ਹੋਰ ਤੇਜ਼ ਹੋ ਗਈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਸਾਡੇ ਚੈਨਲ ਪੰਜਾਬ ਮੇਲ USA TV ਦੇ ਨਾਲ। ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਦਿਓ ਜੀ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।